ਇਹ ਪਾਵਨ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇੱਕ ਭਰਮ ਦੂਰ ਕੀਤਾ ਹੈ, ਜੋ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਮਨਾਂ ਦੇ ਅੰਦਰ ਤੁਰਿਆ ਆ ਰਿਹਾ ਸੀ ਤੇ ਅੱਜ ਵੀ ਹੈ ਲੋਕਾਂ ਦੇ ਮਨਾਂ ਦੇ ਅੰਦਰ ਇਹ ਭਰਮ ਕਿ ਪਰਮਾਤਮਾ ਕਿਸੇ ਖਾਸ ਜਗ੍ਹਾ ਤੇ ਹੈ, ਕਿਸੇ ਖਾਸ ਥਾਂ ਤੇ ਬੈਠਾ ਹੋਇਆ ਹੈ ਤੇ ਉੱਥੇ ਬੈਠ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਿ ਇਹ ਜਗਤ ਸੱਚੇ ਦੀ ਕੋਠੜੀ ਹੈ ਤੇ ਉਹ ਸੱਚਾ ਆਪ ਇੱਥੇ ਰਹਿ ਰਿਹਾ ਹੈ। ਹੁਣ ਮੁਸਲਮਾਨ ਭਰਾਵਾਂ ਦਾ ਇਹ ਮੰਨਣਾ ਹੈ, ਇਹ ਅਕੀਦਾ ਹੈ ਕਿ ਪਰਮਾਤਮਾ ਹੈ ਜੋ ਰੱਬ ਹੈ ਉਹ ਕਿਸੇ ਇੱਕ ਥਾਂ ਤੇ ਰਹਿੰਦਾ ਹੈ, ਸਿਰਫ ਕਾਬੇ ਵਿੱਚ ਰਹਿੰਦਾ ਹੈ, ਹੋਰ ਕਿਸੇ ਥਾਂ ਤੇ ਨਹੀਂ। ਹਿੰਦੂ ਵੀਰਾਂ ਦਾ ਇਹ ਮੰਨਣਾ ਹੈ ਕਿ ਪਰਮਾਤਮਾ ਮੂਰਤੀ ਦੇ ਵਿੱਚ ਰਹਿੰਦਾ ਹੈ, ਹੋਰ ਥਾਂ ਤੇ ਨਹੀਂ, ਮੂਰਤੀ ਦੇ ਵਿੱਚ ਨਿਵਾਸ ਹੈ। ਪਰ ਜਦੋਂ ਬਾਬਾ ਕਬੀਰ ਸਾਹਿਬ ਜੀ ਵਰਗੇ ਯੋਧਿਆਂ ਨੇ ਗੁਰਬਾਣੀ ਵਿੱਚ ਇਹ ਗੱਲ ਆਖੀ ਕਿ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੂ ਮੈਂ ਤਤ ਨ ਹੇਰਾ। ਮੁਸਲਮਾਨ ਮੰਨਦੇ ਸੀ ਕਿ ਕਾਬੇ ਵਿੱਚ ਹੈ, ਹਿੰਦੂ ਮੰਨਦੇ ਸੀ ਕਿ ਮੂਰਤੀ ਵਿੱਚ ਹੈ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਅੱਲਾ ਹੈ, ਜਿਹੜਾ ਰੱਬ ਹੈ, ਜਿਹੜਾ ਪਰਮਾਤਮਾ ਹੈ, ਕਹਿੰਦੇ ਜੇ ਕਾਬੇ ਵਿੱਚ ਹੀ ਹੈ ਤਾਂ ਅਵਰ ਮੁਲਕ ਕਿਸ ਕੇਰਾ, ਬਾਕੀ ਸਾਰੀ ਧਰਤੀ ਕੌਣ ਚਲਾ ਰਿਹਾ, ਕਿਸ ਦੇ ਆਸਰੇ ਚੱਲ ਰਹੀ ਹੈ। ਕਹਿੰਦੇ ਹਿੰਦੂ ਤੇ ਮੁਸਲਮਾਨ ਕਹਿੰਦੇ ਇਹਨਾਂ ਦੋਨਾਂ ਦਾ ਹੀ ਜੋ ਮੰਨਣਾ ਹੈ ਨਾ, ਜੋ ਅਕੀਦਾ ਹੈ ਰੱਬ ਦੇ ਪ੍ਰਤੀ, ਕਹਿੰਦੇ ਇਹ ਗਲਤ ਹੈ। ਤੇ ਜਦੋਂ ਗੁਰਬਾਣੀ ਵਿੱਚ ਅਸੀਂ ਇਹ ਵੀ ਪਾਵਨ ਬੋਲ ਪੜ੍ਹਦੇ ਹਾਂ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ। ਕਹਿੰਦੇ ਨਾਮਦੇਵ ਦਾ ਰੱਬ ਤਾਂ ਉਹ ਹੈ ਜਿਹੜਾ ਨਾ ਦੇਹੁਰੇ ਵਿੱਚ ਹੈ ਤੇ ਨਾ ਮਸੀਤ ਵਿੱਚ ਹੈ। ਕਹਿੰਦੇ ਉਹ ਤਾਂ ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਅਸੀਂ ਪਿੱਛੇ ਵੀ ਪੌੜੀਆਂ ਦੇ ਵਿੱਚ ਵੀ ਗੱਲ ਸਮਝ ਕੇ ਆਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਸੌਖੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਕਿ ਉਹ ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਜਾਂ ਗੁਰਬਾਣੀ ਵਿੱਚ ਅਸੀਂ ਇਹ ਵੀ ਪਾਵਨ ਬੋਲ ਪੜ੍ਹਦੇ ਹਾਂ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਦ ਜੀਆਂ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਿ ਪਰਮਾਤਮਾ ਤਾਂ ਹਰੇਕ ਥਾਂ ਤੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਪਰਮਾਤਮਾ ਹਰੇਕ ਥਾਂ ਤੇ ਹੈ, ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਕਰ ਰਿਹਾ। ਤੇ ਮੁਸਲਮਾਨ ਦਾ ਤੇ ਹਿੰਦੂ ਦਾ ਇਹ ਜੋ ਮੰਨਣਾ ਹੈ, ਜੋ ਅਕੀਦਾ ਸੀ ਰੱਬ ਦੇ ਪ੍ਰਤੀ, ਕਹਿੰਦੇ ਇਹ ਗਲਤ ਹੈ। ਇਸ ਤਰ੍ਹਾਂ ਨਹੀਂ ਹੈ ਕਿ ਪਰਮਾਤਮਾ ਕਿਸੇ ਖਾਸ ਥਾਂ ਤੇ, ਕਿਸੇ ਖਾਸ ਜਗ੍ਹਾ ਤੇ ਨਹੀਂ ਬੈਠਾ, ਤਾਂ ਸਰਬ ਵਿਆਪਕ ਹੈ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਿ ਇਹ ਜਗਤ ਸੱਚੇ ਦੀ ਕੋਠੀ ਹੈ ਤੇ ਸੱਚਾ ਇੱਥੇ ਆਪ ਰਹਿ ਰਿਹਾ ਹੈ। ਹੁਣ ਜਿੱਥੇ ਸੱਚਾ ਆਪ ਰਹਿ ਰਿਹਾ ਹੋਵੇ ਉਹ ਥਾਂ ਮਾੜੀ ਨਹੀਂ ਹੋ ਸਕਦੀ, ਉਹ ਥਾਂ ਬਹੁਤ ਚੰਗੀ ਹੋਵੇਗੀ ਜਿੱਥੇ ਸੱਚਾ ਆਪ ਰਹਿ ਰਿਹਾ ਹੈ। ਪਰ ਲੋਕਾਂ ਦਾ ਇਹ ਮੰਨਣਾ ਹੈ ਕਿ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਉਹੀ ਬੰਦਾ ਆਉਂਦਾ ਜਿਸ ਨੇ ਮੰਦੇ ਕਰਮ ਕੀਤੇ ਹੋਣ। ਇੱਥੇ ਤਾਂ ਮੁਸ਼ਕਲਾਂ ਹੀ ਬਹੁਤ ਨੇ, ਬੜੇ ਪੰਗੇ ਨੇ ਸੰਸਾਰ ਦੇ ਵਿੱਚ, ਤਾਂ ਬੜੀਆਂ ਪ੍ਰੋਬਲਮਸ ਨੇ ਜੀਵਨ ਦੇ ਵਿੱਚ ਆ ਰਹੀਆਂ। ਪਰ ਅਸੀਂ ਅਸਲ ਦੇ ਵਿੱਚ ਹੁਕਮ ਨੂੰ ਨਹੀਂ ਸਮਝਿਆ, ਜਿਸ ਹੁਕਮ ਦੀ ਗੱਲ ਵੀ ਇਸ ਪੌੜੀ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਕਿ ਬੰਦਾ ਆਪ ਗਲਤ ਕੰਮ ਕਰਦਾ ਹੈ, ਜਿਸ ਦੇ ਕਾਰਨ ਗਲਤ ਕੰਮ ਆਪ ਕੀਤੇ, ਕਰਮ ਸਾਡੇ ਆਪ ਦੇ ਮਾੜੇ ਹਨ ਤੇ ਮੁਸ਼ਕਲਾਂ ਸਾਡੇ ਜੀਵਨ ਦੇ ਵਿੱਚ ਆ ਰਹੀਆਂ ਨੇ। ਪਰ ਬੰਦਾ ਦੋਸ਼ ਇਸ ਦਾ ਰੱਬ ਦੇ ਮੱਥੇ ਮੜਦਾ ਹੈ ਕਿ ਰੱਬ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਿ ਇਹ ਜਗ ਸੱਚੇ ਦੀ ਕੋਠੀ ਹੈ ਤੇ ਸੱਚਾ ਇੱਥੇ ਆਪ ਰਹਿ ਰਿਹਾ। ਹੁਣ ਪਰਮਾਤਮਾ ਨੇ ਸਾਨੂੰ ਵੀ ਇੱਥੇ ਰਹਿਣ ਨੂੰ ਜਗ੍ਹਾ ਦਿੱਤੀ ਹੈ ਤੇ ਅਸੀਂ ਰਹਿ ਰਹੇ ਹਾਂ। ਹੁਣ ਜੇਕਰ ਕੋਈ ਬੰਦਾ ਆਪਣੇ ਘਰ ਦੇ ਵਿੱਚ ਸਾਨੂੰ ਰਹਿਣ ਦੇ ਲਈ ਜਗ੍ਹਾ ਦੇ ਦੇਵੇ, ਉਸ ਦੇ ਘਰ ਦੇ ਵਿੱਚ ਕਮਰੇ ਦੇ ਵਿੱਚ ਬਹੁਤ ਸੋਹਣਾ ਬੈੱਡ ਲੱਗਾ ਹੋਵੇ, ਸੋਫੇ ਚੰਗੇ ਲੱਗੇ ਹੋਣ, ਤੇ ਬੰਦਾ ਜੇਕਰ
ਉਹਨਾਂ ਦੇ ਸੋਫੇ ਪਾੜ ਕੇ ਆ ਜਾਵੇ, ਪਰਦੇ ਖਿੱਚ ਕੇ ਆ ਜਾਵੇ, ਗੱਦੇ ਉਹਨਾਂ ਦੀ ਪਾੜ ਦੇਵੇ, ਤਾਂ ਉਹ ਵੀ ਬੰਦਾ ਸੋਚੇਗਾ ਕਿਹੋ ਜਿਹੇ ਬੰਦਿਆਂ ਨੂੰ ਆਪਣੇ ਘਰ ਦੇ ਵਿੱਚ ਰਹਿਣ ਦੇ ਲਈ ਜਗ੍ਹਾ ਦੇ ਦਿੱਤੀ ਹੈ, ਧੱਕੇ ਮਾਰ ਕੇ ਕੱਢ ਦੇਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ। ਕੁਝ ਇਹੋ ਜਿਹੇ ਅਸੀਂ ਸੰਸਾਰ ਦੇ ਵਿੱਚ ਆ ਕੇ ਕੀਤਾ। ਅਸੀਂ ਵੀ ਉਸ ਕਾਦਰ ਦੀ ਬਣਾਈ ਹੋਈ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ। ਦੀਵਾਲੀ ਤੇ ਦੁਸ਼ਹਿਰੇ ਤੁਸੀਂ ਵੇਖਿਆ ਹੋਣਾ, ਹਵਾ ਨੂੰ ਕਿੰਨਾ ਗੰਧਲਾ ਕੀਤਾ ਜਾਂਦਾ ਹੈ, ਸਾਫ਼ ਰਹਿਣ ਦਿੰਦੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਫੁੱਲ ਤੋੜ ਕੇ ਭੇਟ ਕਰਦੇ ਹਾਂ ਤੇ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਦੇ ਨਾਲ ਖੁਸ਼ ਹੋ ਜਾਣਗੇ। ਭਲਿਓ, ਕੁਦਰਤ ਦੇ ਵਿੱਚ ਅਕਾਲ ਪੁਰਖ ਨੇ ਫੁੱਲ ਨੂੰ ਟਾਹਣੀ ਦੇ ਨਾਲ ਲਾਇਆ ਸੀ, ਬਲਿਹਾਰੀ ਕੁਦਰਤ ਵਸਿਆ, ਤੇ ਅਸੀਂ ਤੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਭੇਟ ਕਰ ਰਹੇ ਹਾਂ ਤੇ ਗੁਰੂ ਕੀ ਦੇ ਨਾਲ ਖੁਸ਼ ਹੋ ਜਾਵੇਗਾ। ਅਸੀਂ ਤਾਂ ਕੁਦਰਤ ਦੇ ਨਾਲ, ਉਸ ਦੀ ਬਣਾਈ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾਂ, ਖਰਾਬ ਕਰ ਰਹੇ ਹਾਂ ਕੁਦਰਤ ਨੂੰ। ਅਸੀਂ ਵੀ ਕੁਝ ਸੰਸਾਰ ਦੇ ਅੰਦਰ ਆ ਕੇ ਕੁਝ ਇਹੋ ਜਿਹੇ ਕੀਤਾ ਜਿਸ ਦੇ ਨਾਲ ਮੁਸ਼ਕਲਾਂ ਸਾਡੇ ਜੀਵਨ ਦੇ ਵਿੱਚ ਆ ਰਹੀਆਂ ਨੇ, ਕਿਉਂਕਿ ਅਸੀਂ ਕਰਮ ਚੰਗੇ ਨਹੀਂ ਕੀਤੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਕਿ ਕਈਆਂ ਨੂੰ ਤਾਂ ਪਰਮਾਤਮਾ ਆਪਣੇ ਹੁਕਮ ਦੇ ਰਾਹੀਂ ਆਪਣੇ ਵਿੱਚ ਸਮਾ ਲੈਂਦਾ, ਕਈਆਂ ਨੂੰ ਵਿਨਾਸ਼ ਕਰ ਦਿੰਦਾ, ਤਬਾਹ ਕਰ ਦਿੰਦਾ ਹੈ। ਹੁਣ ਇੱਥੇ ਮੈਂ ਕੀ ਕਹਾਂ ਕਿ ਰੱਬ ਦੋਗਲਾ ਹੈ, ਗੁਰੂ ਦੋਗਲਾ ਹੈ। ਅਗਲੀਆਂ ਪੰਕਤੀਆਂ ਪੜ੍ਹ ਲਈਏ ਫਿਰ ਇਕੱਠੇ ਇੱਥੇ ਕਰਾਂਗੇ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਹੁਣ ਪਰਮਾਤਮਾ ਦੋਗਲਾ ਤਾਂ ਨਹੀਂ। ਤੇ ਜੇ ਹੁਣ ਅਸੀਂ ਇਹ ਕਹੀਏ ਵੀ ਕਿ ਜਿਸ ਬੰਦੇ ਨੇ ਰਿਸ਼ਵਤ ਜ਼ਿਆਦਾ ਦੇ ਦਿੱਤੀ ਉਸ ਨੂੰ ਮਾਇਆ ਵਿੱਚੋਂ ਕੱਢ ਲਿਆ ਤੇ ਬਾਕੀਆਂ ਨੂੰ ਤਬਾਹ ਕਰ ਦਿੰਦਾ, ਡੋਬ ਦਿੰਦਾ, ਤੇ ਰੱਬ ਰਿਸ਼ਵਤ ਵਾਲੇ ਪਾਸੇ ਵੀ ਨਹੀਂ ਜਾਂਦਾ, ਰਿਸ਼ਵਤ ਤਾਂ ਲੈਂਦਾ ਹੀ ਨਹੀਂ। ਹੁਣ ਅਸੀਂ ਕਹਿੰਦੇ ਆ ਕਿ ਰੱਬ ਦੇ ਹੁਕਮ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ, ਗੱਲ ਵੀ ਠੀਕ ਹੈ। ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਫਰਮਾਨ ਦਿੱਤਾ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਈ। ਅਸਲ ਦੇ ਵਿੱਚ ਅਸੀਂ ਸੰਸਾਰ ਦੇ ਵਿੱਚ ਆ ਕੇ ਹੁਕਮ ਨੂੰ ਸਮਝਿਆ ਨਹੀਂ। ਸਾਨੂੰ ਇਹ ਵਿਸ਼ਾ ਸਮਝਣਾ ਪਵੇਗਾ ਹੁਕਮ ਵਾਲਾ, ਕਿਉਂਕਿ ਇੱਥੇ ਆ ਕੇ ਬੜੀਆਂ ਮੁਸ਼ਕਿਲ ਕ੍ਰੀਏਟ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਹੁਕਮ ਨੂੰ ਸਮਝਿਆ ਨਹੀਂ ਅੱਜ ਤੱਕ। ਜੇਕਰ ਅਸੀਂ ਹੁਕਮ ਨੂੰ ਸਮਝ ਲਈਏ ਤਾਂ ਸਾਡੇ ਜੀਵਨ ਵਿੱਚ ਮੁਸ਼ਕਲਾਂ ਜਿਹੜੀਆਂ ਖਤਮ ਹੋ ਸਕਦੀਆਂ ਨੇ। ਹੁਣ ਅਸੀਂ ਇੱਕ ਉਦਾਹਰਨ ਦੇ ਰਾਹੀਂ ਸਮਝਾਂ। ਬੰਦਾ ਸੜਕ ਤੇ ਤੁਰਿਆ ਜਾ ਰਿਹਾ, ਸੜਕ ਤੇ ਤੁਰਿਆ ਜਾ ਰਿਹਾ ਤੇ ਲਾਲ ਬੱਤੀ ਵੀ ਹੈ ਤੇ ਉੱਥੇ ਗ੍ਰੀਨ ਲਾਈਟ ਵੀ ਹੈ, ਰੈੱਡ ਲਾਈਟ ਵੀ ਹੈ ਤੇ ਗ੍ਰੀਨ ਵੀ ਹੈ। ਹੁਣ ਇਹ ਸਰਕਾਰ ਦਾ ਹੁਕਮ ਹੈ, ਇੱਕ ਕਾਨੂੰਨ ਹੈ ਕਿ ਜੇਕਰ ਬੰਦਾ ਰੈੱਡ ਲਾਈਟ ਹੋਈ ਹੈ, ਜੇਕਰ ਖਲੋ ਗਿਆ ਤਾਂ ਉਸ ਦਾ ਕੋਈ ਚਲਾਨ ਨਹੀਂ, ਜੇਕਰ ਰੈੱਡ ਲਾਈਟ ਪਾਰ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ, ਚਲਾਨ ਹੋ ਜਾਵੇਗਾ ਉਸ ਦਾ। ਹੁਣ ਖਲੋਣਾ ਵੀ ਸਰਕਾਰ ਦੇ ਹੁਕਮ ਦੇ ਵਿੱਚ ਹੈ ਤੇ ਚਲਾਨ ਵੀ ਰੱਬ ਦੇ ਹੁਕਮ ਦੇ ਵਿੱਚ ਹੋ ਰਿਹਾ। ਹੁਣ ਬੰਦੇ ਨੂੰ ਪਤਾ ਹੈ ਕਿ ਮੇਰਾ ਨੁਕਸਾਨ ਕੀ ਹੈ ਤੇ ਮੇਰਾ ਫਾਇਦਾ ਕੀ ਹੈ। ਹੁਣ ਬੰਦੇ ਤੇ ਗੱਲ ਆਉਂਦੀ ਹੈ ਕਿ ਮੈਂ ਰੈੱਡ ਲਾਈਟ ਪਾਰ ਕਰਨੀ ਹੈ ਜਾਂ ਨਹੀਂ ਕਰਨੀ। ਜੇਕਰ ਕਰਾਂਗਾ ਤਾਂ ਸਰਕਾਰ ਦੇ ਹੁਕਮ ਦੇ ਮੁਤਾਬਕ ਅੱਗੇ ਇੱਕ ਬੰਦਾ ਖਲੋਤਾ ਜਿਹੜਾ ਚਲਾਨ ਕੱਟ ਕੇ ਰੱਖ ਦੇਵੇਗਾ, ਤੇ ਜੇਕਰ ਖਲੋ ਗਿਆ ਤਾਂ ਕੋਈ ਚਲਾਨ ਨਹੀਂ ਹੈ। ਇਸੇ ਤਰ੍ਹਾਂ ਰੱਬ ਨੇ, ਅਕਾਲ ਪੁਰਖ ਵਾਹਿਗੁਰੂ ਨੇ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਕਾਨੂੰਨ ਦਿੱਤਾ ਹੈ। ਤੇ ਬੰਦੇ ਨੂੰ ਪਤਾ ਵੀ ਹੈ ਕਿ ਲਾਲਚ ਮਾੜਾ ਹੈ, ਨਹੀਂ ਕਰਨਾ ਚਾਹੀਦਾ, ਝੂਠ ਬੋਲਣਾ ਮਾੜਾ ਹੈ, ਪਰ ਫਿਰ ਵੀ ਰਿਸ਼ਵਤਾਂ ਲੈ ਲਿਆ। ਗੁਰੂ ਕਹਿੰਦਾ ਹੈ ਕਾਮ ਵਾਲੇ ਪਾਸੇ ਨਾ ਜਾਵੀਂ, ਰਸਾਂ ਕਸਾਂ ਵਾਲੇ ਚਸਕਿਆਂ ਦੇ ਵਿੱਚ ਨਾ ਪਵੀਂ, ਇਹਨਾਂ ਦੇ ਵਿੱਚ ਖਚਿਤ ਨਾ ਹੋ ਜਾਵੀਂ। ਤੂੰ ਇਸ ਬਨੇ ਤੁਰ ਤਾਂ ਪਵੇਂਗਾ, ਪਰ ਜੇਕਰ ਤੁਰ ਪਿਆ ਤਾਂ ਇਹਨਾਂ ਵਿੱਚੋਂ ਨਿਕਲਣਾ ਕੁਝ ਵੀ ਨਹੀਂ, ਤਬਾਹੀ ਹੈ ਤੇਰੇ ਜੀਵਨ ਦੀ, ਤੇਰਾ ਜੀਵਨ ਤਬਾਹ ਹੋ ਜਾਵੇਗਾ। ਜੇਕਰ ਤੁਰ ਪਿਆ ਤੇ ਇਸ ਬਨੇ ਤੁਰਨ ਤੋਂ ਬਾਅਦ ਜਿਹੜਾ ਨਤੀਜਾ ਨਿਕਲਣਾ, ਕਹਿੰਦੇ ਇਸ ਦਾ ਦੋਸ਼ ਰੱਬ ਨੂੰ ਨਹੀਂ ਦਿੱਤਾ ਜਾ ਸਕਦਾ, ਦੋਸ਼ ਤੇ ਤੇਰਾ ਹੈ। ਕਿਉਂਕਿ ਅਸੀਂ ਹੁਕਮ ਨੂੰ ਪਿੱਛੇ ਸਮਝ ਕੇ ਆਏ ਹਾਂ ਪੌੜੀਆਂ ਦੇ ਵਿੱਚ ਕਿ ਹੁਕਮ ਕੀ ਹੈ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਜਾਂ ਆਖਿਆ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਹੁਣ ਰੱਬ ਨੇ ਧੱਕੇ ਨਾਲ ਸਾਥੋਂ ਰੈੱਡ ਲਾਈਟ ਪਾਰ ਨਹੀਂ ਕਰਵਾਈ ਕਿ ਰੈੱਡ ਲਾਈਟ ਪਾਰ ਕਰ। ਬੰਦੇ ਨੂੰ ਪਤਾ ਸੀ ਰੈੱਡ ਲਾਈਟ ਪਾਰ ਕੀਤੀ ਤੇ ਚਲਾਨ ਹੋ ਗਿਆ, ਜੇਕਰ ਨਾ ਕਰਦਾ ਤੇ ਇਸ ਦਾ ਚਲਾਨ ਨਹੀਂ ਹੋਣਾ ਸੀ।
ਹੁਣ ਰੱਬ ਦੇ ਵੀ ਕੁਝ ਹੁਕਮ ਨੇ, ਕੁਝ ਨਿਯਮ ਨੇ, ਕੁਝ ਮਰਿਆਦਾ ਹੈ। ਜੇਕਰ ਅਸੀਂ ਉਸ ਮਰਿਆਦਾ ਦੀ ਉਲੰਘਣਾ ਕਰਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਮੁਸ਼ਕਲਾਂ ਕ੍ਰੀਏਟ ਹੋਣਗੀਆਂ, ਮੁਸ਼ਕਲਾਂ ਪੈਦਾ ਹੋਣਗੀਆਂ। ਉਹ ਅਸੀਂ ਆਪ ਕੀਤੀਆਂ। ਗੁਰਬਾਣੀ ਦੇ ਬੋਲ ਨੇ ਕਿ ਬੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਕੋ ਦੋਏ ਫਲ ਲਾਏ। ਹੁਕਮ ਦੇ ਵਿੱਚ ਇੱਕ ਮਾੜਾ ਤੇ ਚੰਗਾ, ਇੱਕ ਆਤਮਿਕ ਜੀਵਨ ਦੇਣ ਵਾਲਾ ਤੇ ਇੱਕ ਆਤਮਿਕ ਮੌਤ ਲਿਆਉਣ ਵਾਲਾ, ਇਹ ਦੋਵੇਂ ਫਲ ਲੱਗੇ ਨੇ। ਹੁਣ ਬੰਦੇ ਤੇ ਹੈ ਕਿਸ ਨੇ ਤੁਰਨਾ ਕਿਹੜੇ ਪਾਸੇ ਨੂੰ ਹੈ। ਹੁਣ ਆਤਮਿਕ ਜੀਵਨ ਇਸ ਨੇ ਪ੍ਰਾਪਤ ਕਰਨਾ ਹੈ ਜਾਂ ਆਤਮਿਕ ਮੌਤ ਹੈ ਜਿਹੜੀ ਉਸ ਬੰਨੇ ਨੂੰ ਤੁਰਨਾ ਹੈ। ਹੁਕਮ ਦੇ ਵਿੱਚ ਹੈ ਜਿਸ ਤਰ੍ਹਾਂ ਸਰਕਾਰ ਦਾ ਨਿਯਮ ਸੀ ਰੈੱਡ ਲਾਈਟ ਤੇ ਗ੍ਰੀਨ ਲਾਈਟ, ਦੋਵੇਂ ਚੀਜ਼ਾਂ ਹੀ ਸੀ, ਪਰ ਬੰਦੇ ਤੇ ਡਿਪੈਂਡ ਕਰਦਾ। ਪਤਾ ਸੀ ਜੇਕਰ ਪਾਰ ਕੀਤੀ ਤਾਂ ਚਲਾਨ ਹੋਵੇਗਾ, ਜੇਕਰ ਰੁਕ ਗਿਆ ਤਾਂ ਕੋਈ ਚਲਾਨ ਨਹੀਂ ਹੈ। ਹੁਣ ਜੇਕਰ ਬੰਦਾ ਵੀ ਮਾੜੇ ਵਾਲੇ ਪਾਸੇ ਨੂੰ ਤੁਰੇਗਾ ਤਾਂ ਇਸ ਨੂੰ ਆਤਮਿਕ ਮੌਤ ਆਵੇਗੀ, ਇਹ ਜ਼ਮੀਰ ਦੀ ਮੌਤੇ ਮਰੇਗਾ। ਤੇ ਜੇਕਰ ਇਹ ਚੰਗੇ ਵਾਲੇ ਪਾਸੇ ਨੂੰ ਤੁਰੇਗਾ, ਜੇਕਰ ਕਰਮ ਚੰਗੇ ਨੇ, ਜੇਕਰ ਕਰਮ ਚੰਗੇ ਕਰ ਰਿਹਾ ਹੈ ਤਾਂ ਇਹ ਆਤਮਿਕ ਜੀਵਨ ਵਾਲਾ ਫਲ ਹੈ ਜਿਹੜਾ ਉਸ ਨੂੰ ਪ੍ਰਾਪਤ ਕਰ ਲਵੇਗਾ, ਇਸ ਨੂੰ ਆਤਮਿਕ ਜੀਵਨ ਪ੍ਰਾਪਤ ਹੋ ਜਾਵੇਗਾ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਹੈ ਰੱਬੀ ਹੁਕਮ। ਜਿਸ ਨੇ ਸਮਝ ਲਿਆ ਉਸ ਦੇ ਜੀਵਨ ਦੇ ਵਿੱਚ ਕੋਈ ਮੁਸ਼ਕਲ ਨਹੀਂ, ਤੇ ਜਿਸ ਨੇ ਨਹੀਂ ਸਮਝਿਆ ਉਹ ਅੱਜ ਤੱਕ ਦੋਸ਼ ਰੱਬ ਨੂੰ ਦਿੰਦੇ ਆ ਰਹੇ ਨੇ ਕਿ ਰੱਬ ਸਾਡੇ ਨਾਲ ਇਸ ਤਰ੍ਹਾਂ ਕਰ ਰਿਹਾ, ਪਰ ਰੱਬ ਦਾ ਦੋਸ਼ ਉੱਥੇ ਨਹੀਂ ਹੈ, ਕਿਉਂਕਿ ਅਸੀਂ ਹੁਕਮ ਨੂੰ ਨਹੀਂ ਸਮਝਿਆ। ਹੁਕਮ ਨੂੰ ਨਾ ਸਮਝਣ ਕਰਕੇ ਸਾਡੇ ਜੀਵਨ ਦੇ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਤੇ ਇਸ ਦਾ ਦੋਸ਼ ਅਸੀਂ ਰੱਬ ਨੂੰ ਦੇ ਰਹੇ ਹਾਂ। ਏਮ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਗੱਲ ਆਖੀ ਨਹੀਂ ਜਾ ਸਕਦੀ ਕਿ ਰੱਬ ਦਾ ਹੁਕਮ ਕਿਹਨੂੰ ਕਿਹਨੂੰ ਰਾਸ ਆ ਜਾਣਾ ਤੇ ਕਿਹਨੂੰ ਨਹੀਂ ਆਉਣਾ। ਹੁਣ ਮੈਂ ਦੱਸ ਨਹੀਂ ਸਕਦਾ ਕਿ ਤੁਹਾਡੇ ਵਿੱਚੋਂ ਕਿਹਨੂੰ ਹੁਕਮ ਰਾਸ ਆ ਜਾਣਾ ਤੇ ਕਿਹਨੂੰ ਨਹੀਂ ਆਉਣਾ। ਏਮ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਤੇ ਪਰ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਜੇਕਰ ਗੁਰੂ ਦੇ ਸਨਮੁਖ ਹੋ ਜਾਈਏ ਤਾਂ ਕਹਿੰਦੇ ਇਸ ਗੱਲ ਨੂੰ ਜਾਣਿਆ ਜਾ ਸਕਦਾ ਹੈ ਗੁਰੂ ਦੇ ਸਨਮੁਖ ਹੋ ਕੇ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ, ਜਿਹਦੇ ਅੰਦਰ ਗੁਰੂ ਆਪ ਪ੍ਰਗਾਸ਼ ਕਰ ਲੈਂਦਾ। ਪ੍ਰਗਾਸ਼ ਉਦੋਂ ਹੁੰਦਾ ਹੈ ਜਦੋਂ ਉਦਮ ਸਾਡਾ ਹੋਵੇ, ਉਦਮ ਅਸੀਂ ਕਰਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਗੁਰੂ ਨੇ ਆਪਣੇ ਆਪ ਹੀ ਪ੍ਰਕਾਸ਼ ਕਰ ਦੇਣਾ। ਇਹ ਹੁਕਮ ਹੈ। ਤਾਂ ਹੀ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਫਰਮਾ ਦਿੱਤਾ ਉਦਮ ਕਰੋ ਵਡ ਭਾਗੀਓ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਹੋ ਜਾਏ। ਹੁਣ ਇਹ ਸਾਡੇ ਤੇ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ। ਹੁਕਮ ਨੂੰ ਸਮਝ ਕੇ ਜੇਕਰ ਅਸੀਂ ਆਪਣਾ ਜੀਵਨ ਬਤੀਤ ਕਰਾਂਗੇ ਤਾਂ ਕੋਈ ਮੁਸ਼ਕਲ ਨਹੀਂ, ਤੇ ਜੇਕਰ ਅਸੀਂ ਹੁਕਮ ਨੂੰ ਨਾ ਸਮਝੇ